ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਖੇਤੀ ਆਰਡੀਨੈਂਸਾਂ ਖਿਲਾਫ ਗੂੰਜਿਆ ਪੰਜਾਬ, ਕਿਸਾਨਾਂ ਨੇ ਜਤਾਇਆ ਰੋਸ। ਸਖਤ ਸੁਰੱਖਿਆ ਪ੍ਰਬੰਧਾਂ ਦੇ ਨਾਲ ਸੰਸਦ ਦਾ ਮੌਨਸੂਨ ਇਜਲਾਸ ਹੋਇਆ ਸ਼ੁਰੂ। ਖੇਤੀ ਆਰਡੀਨੈਂਸਾਂ ਖਿਲਾਫ ਟਰੈਕਟਰਾਂ ਤੇ ਦਿੱਲੀ ਵਿੱਚ ਕੂਚ ਦਾ ਐਲਾਨ। ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨ ਲੜਕੀ ਦੀ ਮੌਤ। ਦੇਸ਼ੀ ਚਮਕੌਰ ਸਾਹਿਬ ਵਿੱਚ ਕਬਜ਼ਾ ਛੁਡਾਉਣ ਗਈ ਪੁਲਿਸ ਤੇ ਹਮਲਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ। ਪੰਜਾਬ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਆਰਡੀਨੈਂਸਾਂ ਖਿਲਾਫ ਕਈ ਥਾਵਾਂ ਉੱਤੇ ਅੱਜ ਪ੍ਰਦਰਸ਼ਨ ਕੀਤਾ ਹੈ। ਪੰਜਾਬ ਵਿੱਚ ਇਸ ਵੇਲੇ ਖੇਤੀ ਆਰਡੀਨੈਂਸਾਂ ਦਾ ਮੁੱਦਾ ਭਖਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਵੀ ਇਹਨਾਂ ਆਰਡੀਨੈਂਸਾਂ ਬਾਰੇ ਮਤਾ ਪਾਸ ਕਰ ਚੁੱਕੀ ਹੈ। ਕਿਸਾਨ ਲਲਕਾਰ ਰੈਲੀਆਂ ਦੀ ਕੜੀ ਵਿੱਚ ਅੱਜ ਸ਼੍ਰੀ ਹਰਗੋਬਿੰਦਪੁਰ ਟਾਂਡਾ ਬਿਆਸ ਪੁਲ ਜਾਮ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਦੇਸ਼ ਅੰਦਰ ਇਹ ਆਰਡੀਨੈਂਸ ਉਸ ਸਮੇਂ ਜਾਰੀ ਕੀਤੇ ਗਏ ਹਨ ਜਦ ਮੋਦੀ ਸਰਕਾਰ ਨੇ ਸਾਰਾ ਦੇਸ਼ ਕਰੋਨਾ ਦੀ ਦਹਿਸ਼ਤ ਦੇ ਸਾਏ ਵਿੱਚ ਜੀ ਰਿਹਾ ਹੈ। ਅੱਜ ਤੁਸੀਂ ਟਾਂਡਾ ਪੁਲ ਤੇ ਧਰਨਾ ਲਾ ਕੇ ਬੈਠੇ ਆ, ਇਹਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਤੇ ਕੁਝ ਜਿਹੜਾ ਕਪੂਰਥਲਾ ਜ਼ਿਲ੍ਹੇ ਦੇ ਕਿਸਾਨ ਇੱਥੇ ਆ ਕੇ ਬੈਠੇ ਆ। ਇਸ ਵੇਲੇ ਜਿਹੜੇ ਆ ਪੰਜਾਬ ਦੇ 3 ਪੁਲ ਜਿਹੜੇ ਆ ਪੂਰੀ ਤਰ੍ਹਾਂ ਜਾਮ ਆ। ਇਹ ਟਾਂਡਾ ਪੁਲ ਆ, ਬਿਆਸ ਪੁਲ ਵੀ ਪੂਰੀ ਤਰ੍ਹਾਂ ਜਾਮ ਆ। ਇਸੇ ਤਰ੍ਹਾਂ ਹਰੀਕਾ ਹਾਈਟ ਜਿਹੜਾ ਉਹ ਪੂਰੀ ਤਰ੍ਹਾਂ ਜੋੜਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਜਾਮ ਕੀਤੇ ਪਏ ਆ ਤੇ ਇਹ ਪੁਲ ਜਾਮ ਕਰਨੇ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਦਾ, ਜਾਂ ਕੋਈ ਖੇਡ ਨਹੀਂ ਪੁਲਾਂ ਤੇ ਆ ਕੇ ਬਹਿੰਦੇ ਆ। ਇਹ ਸਾਡੀ ਮਜਬੂਰੀ ਆ ਕਿਉਂਕਿ ਕੱਲ ਨੂੰ ਹਿੰਦੁਸਤਾਨ ਦੀਆਂ 250 ਜਥੇਬੰਦੀਆਂ ਵੀ ਸੜਕਾਂ ਤੇ ਬਹਿਣ ਲੱਗੀਆਂ। ਸਾਡੀ ਉਹਨਾਂ ਨੂੰ ਹਮਾਇਤ ਆ। ਇਹਦੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਾਦਲਕਿਆਂ ਦੇ ਘਰ ਕੱਲ ਨੂੰ ਬਹਿਣ ਲੱਗੇ ਆ। ਇਹਦੇ ਨਾਲ ਜਿਹੜਾ ਪਟਿਆਲੇ ਬਹਿਣ ਲੱਗੇ ਆ, ਉਹਨਾਂ ਨੂੰ ਵੀ ਸਾਡੀ ਹਮਾਇਤ ਹੈ। ਉਹਨਾਂ ਦੀ ਹਮਾਇਤ ਦੇ ਵਿੱਚ ਇਹ ਪੁਲ ਜਾਮ ਕਰਕੇ ਬੈਠੇ ਆ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਤੁਸੀਂ ਅੱਜ ਪਾਰਲੀਮੈਂਟ ਦੇ ਵਿੱਚ ਇਹ ਆਰਡੀਨੈਂਸ ਪੇਸ਼ ਕਰਨੇ ਆ ਤੇ ਇਹ ਜਿਹੜੇ ਆਰਡੀਨੈਂਸ ਆ ਬਹੁਤ ਖਤਰਨਾਕ ਆਰਡੀਨੈਂਸ ਆ। ਅਸੀਂ ਇੱਥੋਂ ਦਬਾਅ ਦੇਣਾ ਚਾਹੁੰਦੇ ਜਿਹੜੇ ਪੰਜਾਬ ਦੇ 13 ਸੰਸਦ ਮੈਂਬਰ ਆ, ਇਹ ਉੱਥੇ ਜਾ ਕੇ ਮੂੰਹ ਖੋਲ੍ਹਣਾ। ਜੇ ਆਰਡੀਨੈਂਸ ਪੇਸ਼ ਹੋ ਕਾਨੂੰਨ ਬਣ ਜਾਂਦਾ ਤੇ ਜਿਹੜਾ ਕਿਸਾਨ ਆ ਪੂਰੀ ਤਰ੍ਹਾਂ ਮਾਂਜਿਆ ਜਾਣਾ। ਉਹਦੇ ਨਾਲ ਜਿਹੜਾ ਛੋਟਾ ਦੁਕਾਨਦਾਰ ਆ, ਜਿਹੜਾ ਆਪਣਾ ਬੈਠੇ ਆ ਸ਼ਹਿਰਾਂ ਦੇ ਵਿੱਚ, ਲੋਕ ਕੱਪੜੇ ਵਾਲੇ ਵਪਾਰੀ ਬੈਠੇ ਆ, ਪੂਰੀ ਤਰ੍ਹਾਂ ਉਹ ਮਾਂਜੇ ਜਾਣੇ ਆ ਕਿਉਂਕਿ 75% ਜਿਹੜੀ ਆਬਾਦੀ ਆ ਉਹ ਸਾਡੀ ਐਗਰੀਕਲਚਰ ਦੇ ਨਾਲ ਡਿਪੈਂਡ ਕਰਦੀ ਹੈ ਜਿਹੜਾ। ਪਰ ਜੇ ਸਰਕਾਰ ਫੇਰ ਵੀ ਨਾ ਮੁੜੀ, ਆਰਡੀਨੈਂਸ ਪਾਸ ਕਰਕੇ ਇਹਨੂੰ ਕਾਨੂੰਨ ਬਣਾਤਾ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਕੋਰੋਨਾ ਮਹਾਮਾਰੀ ਦਰਮਿਆਨ ਅੱਜ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋ ਗਿਆ ਹੈ। ਸੋਮਵਾਰ ਤੋਂ ਸ਼ੁਰੂ ਹੋਇਆ ਇਹ ਸੈਸ਼ਨ 18 ਦਿਨ ਦਾ ਹੋਵੇਗਾ, ਜਿਸ ਵਿੱਚ ਕਈ ਅਹਿਮ ਬਿੱਲ ਤੇ ਚਰਚਾ ਕੀਤੀ ਜਾਵੇਗੀ। ਅੱਜ ਪਹਿਲੇ ਦਿਨ ਮਰਹੂਮ ਨੇਤਾਵਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਲੋਕ ਸਭਾ ਦੀ ਕਾਰਵਾਈ 1 ਘੰਟੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਣਬ ਮੁਖਰਜੀ ਇੱਕ ਸਫਲ ਬੁਲਾਰੇ ਅਤੇ ਪ੍ਰਸ਼ਾਸਕ ਸਨ। ਉਹਨਾਂ ਦਾ ਗਿਆਨ ਅਤੇ ਅਨੁਭਵ ਵਿਲੱਖਣ ਸੀ। ਮਹਾਮਾਰੀ ਕਾਰਨ ਇਸ ਵਾਰ ਸੈਸ਼ਨ ਵਿੱਚ ਕਈ ਬਦਲਾਅ ਕੀਤੇ ਗਏ ਹਨ। ਕੋਰੋਨਾ ਤੋਂ ਬਚਾਅ ਲਈ ਇਸ ਵਾਰ ਕਈ ਤਰ੍ਹਾਂ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਸੰਸਦ ਪਹੁੰਚੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਹੈ ਤੇ ਦੂਜੇ ਪਾਸੇ ਫਰਜ਼ संसद ਮੈਂਬਰਾਂ ਨੇ फर्ज ਦਾ पक्ष चुनिया है। कोरोना भी है, कर्तव्य भी है और सभी सांसदों ने कर्तव्य का रास्ता चुना है। मैं सभी सांसदों को इस पहल के लिए बधाई देता हूं, अभिनंदन करता हूं और धन्यवाद भी करता हूं। बजट सत्र समय से पहले ही रोकना पड़ा था। इस बार भी दिन में 2 बार, एक बार राज्यसभा, एक बार लोकसभा, समय भी बदलना पड़ा है। सैटरडे संडे भी इस बार कैंसिल कर दिया गया है, लेकिन सभी सदस्यों ने इस बात को भी स्वीकार किया है, स्वागत किया है और कर्तव्य पथ पर आगे बढ़ने का फैसला किया है। इस सत्र में कई महत्वपूर्ण निर्णय होंगे, अनेक विषयों पर चर्चा होगी और हम सबका अनुभव है कि लोकसभा में
जितनी ज्यादा चर्चा होती है, जितनी गहन चर्चा होती है, जितनी विविधताओं से भरी चर्चा होती है, उतना सदन को भी, विषय वस्तु को भी और देश को भी बहुत लाभ होता है। पंजाब यूथ कांग्रेस ਵੱਲੋਂ 20 ਸਤੰਬਰ ਨੂੰ ਟਰੈਕਟਰਾਂ ਤੇ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਗਿਆ ਹੈ। ਇਹ ਰੋਸ ਪ੍ਰਦਰਸ਼ਨ ਖੇਤੀ ਆਰਡੀਨੈਂਸਾਂ ਖਿਲਾਫ ਹੋਵੇਗਾ। ਇਹ ਐਲਾਨ ਪੰਜਾਬ ਯੂਥ ਕਾਂਗਰਸ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਨੇ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਤੇ ਹੁਣ ਕਿਸਾਨ ਵਿਰੋਧੀ ਆਰਡੀਨੈਂਸ ਲਿਆ ਕੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਅਕਾਲੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਅੰਨਦਾਤਾ ਦੀ ਆਵਾਜ਼ ਸੁਣਨ ਤੋਂ ਵੀ ਮੁਨਕਰ ਹੋ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਤੇ ਵਰਦਿਆਂ ਢਿੱਲੋਂ ਨੇ ਕਿਹਾ ਕਿ ਉਹ ਆਪਣੀ ਕੁਰਸੀ ਦੇ ਲਾਲਚ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਧਰੋ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਸ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਫੈਸਲੇ ਵਿੱਚ ਸ਼ਮੂਲੀਅਤ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਹੋਵੇਗੀ। ਅਸੀਂ 20 ਸਤੰਬਰ ਨੂੰ ਪੰਜਾਬ ਦੇ ਵਿੱਚੋਂ ਟਰੈਕਟਰਾਂ ਦੇ ਰਾਹੀਂ ਆਪਣਾ ਵਿਰੋਧ ਜਤਾਵਾਂਗੇ ਇਸ ਕਿਸਾਨ ਖੇਤੀ ਆਰਡੀਨੈਂਸ ਨੂੰ ਲੈ ਕੇ। ਜਿਵੇਂ ਕਿ ਸਾਰਿਆਂ ਨੂੰ ਪਤਾ ਵਾ ਵੀ ਕਿਸ ਤਰੀਕੇ ਨਾਲ ਕੈਪਟਨ ਸਰਕਾਰ ਨੇ, ਕਾਂਗਰਸ ਸਰਕਾਰ ਨੇ ਇੱਥੇ ਰੈਜ਼ੋਲੂਸ਼ਨ ਲਿਆ ਕੇ ਇਹਨੂੰ ਬਿਲਕੁਲ ਐਕਸੈਪਟ ਨਹੀਂ ਕੀਤਾ, ਲੇਕਿਨ ਮੋਦੀ ਸਰਕਾਰ ਅੱਜ ਵੀ ਜਦ ਕਿ ਕਿਸਾਨ ਸੜਕਾਂ ਤੇ ਉਤਰਿਆ ਹੋਇਆ, ਹਰ ਕਿਸਾਨ ਇਸ ਚੀਜ਼ ਦਾ ਵਿਰੋਧ ਕਰ ਰਿਹਾ, ਲੇਕਿਨ ਆਪਣੀ ਬਰੂਟ ਮੈਜੋਰਿਟੀ ਨੂੰ ਦਿਖਾਉਂਦੇ ਹੋਏ ਔਰ ਆਪਣੀ ਤਾਨਾਸ਼ਾਹੀ ਨੂੰ ਵਿਖਾਉਂਦੇ ਹੋਏ ਇਹ ਅੱਜ ਇਸ ਕਿਸਾਨ ਆਰਡੀਨੈਂਸ ਨੂੰ ਛੇਤੀ ਪਾਰਲੀਮੈਂਟ ਦੇ ਵਿੱਚ ਟੇਬਲ ਕਰਨ ਲੱਗੇ ਆ। ਅਕਾਲੀ ਦਲ ਆਪਣੇ ਡਰਾਮੇਬਾਜ਼ੀ ਕਰ ਰਿਹਾ। ਅਸੀਂ ਉਮੀਦ ਸੀਗੀ ਵੀ ਅਕਾਲੀ ਦਲ ਸ਼ਾਇਦ ਉੱਤੇ ਸੈਂਟਰ ਦੀ ਆਵਾਜ਼ ਚੱਕੇ, ਲੇਕਿਨ ਉਹਨਾਂ ਤੋਂ ਡਰ ਦੇ ਵਿੱਚ, ਦਬਾਅ ਦੇ ਵਿੱਚ ਔਰ ਆਪਣੀ ਕੁਰਸੀ ਬਚਾਉਣ ਕਰਕੇ ਸਾਨੂੰ ਇਹਨਾਂ ਤੋਂ ਬਿਲਕੁਲ ਕੋਈ ਉਮੀਦ ਨਹੀਂ ਹੈਗੀ, ਨਾ ਇਹਨਾਂ ਨੇ ਕੁਝ ਕਰਨਾ। ਅਸੀਂ ਇਸ ਕਰਕੇ 20 ਸਤੰਬਰ ਨੂੰ ਸਾਰੇ ਨੌਜਵਾਨ ਇਕੱਠੇ ਹੋ ਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਇਹ ਕੋਈ ਯੂਥ ਕਾਂਗਰਸ ਦਾ ਕੋਈ ਸਿਆਸੀ ਪ੍ਰੋਗਰਾਮ ਨਹੀਂ ਆ। ਆਓ ਸਾਰੇ ਇਕੱਠੇ ਹੋ ਕੇ, ਆਓ ਹਰ ਨੌਜਵਾਨ ਜਿਹੜਾ ਕਿਸਾਨੀ ਨਾਲ ਜੁੜਿਆ, ਹਰ ਬਜ਼ੁਰਗ ਜਿਹੜਾ ਕਿਸਾਨੀ ਨਾਲ ਜੁੜਿਆ, ਤੁਸੀਂ ਆਓ ਸਾਡੇ ਨਾਲ। ਅਸੀਂ ਟਰੈਕਟਰਾਂ ਦੇ ਰਾਹੀਂ ਆਪਣਾ ਸਾਰਾ ਵਿਰੋਧ ਕਰਦੇ ਹੋਏ ਅਸੀਂ ਦਿੱਲੀ ਤੱਕ ਜਾਵਾਂਗੇ ਔਰ ਉੱਥੇ ਜਾ ਕੇ ਜਿੱਥੇ ਜੈ ਜਵਾਨ ਜੈ ਕਿਸਾਨ, ਜਿੱਥੇ ਆਪਣਾ ਕਹਿੰਦੇ ਜਿਹਦੇ ਕਰਕੇ ਹਿੰਦੁਸਤਾਨ ਜਾਣਿਆ ਜਾਂਦਾ, ਜਿੱਥੇ ਇੰਡੀਆ ਗੇਟ ਦੇ ਵਿੱਚ ਜਿੱਥੇ ਇਹ ਨਾਅਰਾ ਦਿੱਤਾ ਗਿਆ ਸੀ ਜੈ ਜਵਾਨ ਜੈ ਕਿਸਾਨ ਦਾ, ਉੱਥੇ ਜਾ ਕੇ ਆਪਣਾ ਵਿਰੋਧ ਜਿਹੜਾ ਵਾ ਖਤਮ ਕਰਾਂਗੇ। ਬਠਿੰਡਾ ਵਿਖੇ ਅੱਜ ਇੱਕ ਨੌਜਵਾਨ ਲੜਕੀ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਸੁਰਖਪੀਰ ਰੋਡ ਦੀ ਰਹਿਣ ਵਾਲੀ ਇੱਕ ਆਰਕੈਸਟਰਾ ਦਾ ਕੰਮ ਕਰਦੀ ਲੜਕੀ ਨੇ ਸਮੈਕ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨਾਲ ਰਹਿੰਦੀਆਂ ਦੋ ਸਾਥਣਾਂ ਤੇ ਨਸ਼ਾ ਕਰਵਾਉਣ ਦੇ ਦੋਸ਼ ਲਾਏ ਹਨ। ਥਾਣਾ ਕਨਾਲ ਦੀ ਪੁਲਿਸ ਨੇ ਦੋ ਲੜਕੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰੀ ਬੱਚੀ ਨੂੰ ਘਰੋਂ ਸੱਦ ਕੇ ਕੁੜੀ ਨੇ ਸਮੈਕ ਪਿਆ ਕੇ, ਓਵਰਡੋਜ਼ ਕਰਾ ਕੇ, ਨਾਲ ਗੋਲੀਆਂ ਐਲਪ੍ਰੈਕਸ ਖਵਾ ਕੇ ਮੇਰੀ ਕੁੜੀ ਨੂੰ ਮਾਰਤਾ ਅੰਦਰ। ਅਸੀਂ ਹੁਣ ਸਾਨੂੰ 8:30 ਵਜੇ ਉਹਨਾਂ ਨੇ ਫੋਨ ਕੀਤਾ ਆਪਦੀ ਕੁੜੀ ਲੈ ਜਾਓ, ਇਹ ਬੋਲ ਨਹੀਂ ਰਹੀ। ਅਸੀਂ ਜਦੋਂ ਉਹਨਾਂ ਦੇ ਘਰ ਪਹੁੰਚੇ ਮੇਰੀ ਬੱਚੀ ਮਰ ਚੁੱਕੀ ਸੀ, ਨੀਲੀ ਹੋਈ ਪਈ ਸੀ ਸਾਰੀ। ਸਮੈਕ ਪਿਆ ਹੀ ਹੈ, ਸਮੈਕ ਜ਼ਿਆਦਾ ਪਿਆ ਤੀ। ਉਹਦੇ ਕੋਲੋਂ ਵੀ ਇੰਨੀ ਸਾਰੀ ਸਮੈਕ ਨਿਕਲੀ, ਅਸੀਂ ਪੁਲਿਸ ਵਾਲਿਆਂ ਨੂੰ ਦਿੱਤੀ ਸਮੈਕ ਵੀ, ਗੋਲੀਆਂ ਦਾ ਪੱਤੇ ਵੀ ਦਿੱਤਾ। ਮੇਰੀ ਕੁੜੀ ਸਭ ਕਲਚਰ ਸੱਭਿਆਚਾਰਕ ਪ੍ਰੋਗਰਾਮ ਲਾਉਂਦੀ ਸੀ, ਉਹ ਵੀ ਪ੍ਰੋਗਰਾਮ ਕਰਦੀਆਂ ਸੀ। ਉਹਨੇ ਘਰੋਂ ਸੱਦਿਆ, ਕਹਿੰਦੀ ਆਪਣਾ ਫੰਕਸ਼ਨ ਹੈ ਤੂੰ ਆ ਜਾ, ਉਹ ਚਲੇ ਗਈ। ਉਹਨੂੰ ਨਹੀਂ ਪਤਾ ਸੀ ਮੇਰੇ ਨਾਲ ਐਡਾ ਧੋਖਾ ਕਰਨਗੀਆਂ। 20,000 ਰੁਪਇਆ ਵੀ ਉਹਦੇ ਕੋਲੇ ਸੀ। ਅਸੀਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਬੱਚੀ ਦਾ। ਮੈਂ ਉਨੀ ਦੇਰ ਲਾਸ਼ ਨਹੀਂ ਚੱਕੂੰਗੀ ਜਿੰਨਾ ਚਿਰ ਮੈਨੂੰ ਇਨਸਾਫ ਨਹੀਂ ਮਿਲੂਗਾ। ਮੇਰੀ ਬੱਚੀ ਦਾ ਇਨਸਾਫ ਮਿਲਣਾ ਚਾਹੀਦਾ ਮੈਨੂੰ। ਹਾਲੇ ਤੱਕ ਪੂਰੇ ਮਾਮਲੇ ਦੀ ਤਾਂ ਜਾਂਚ ਪੜਤਾਲ ਕੀਤੀ ਜਾਊਗੀ, ਲੇਕਿਨ ਮੁਕੱਦਮਾ ਦਰਜ ਕਰਤਾ ਜੀ ਥਾਣਾ ਕਨਾਲ ਕਲੋਨੀ, ਧਾਰਾ 304 34 IPC ਦੇ। ਉਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਹੋਣੀ। ਕਿਹਦੇ ਖਿਲਾਫ ਕੀਤਾ ਮੁਕੱਦਮਾ? ਇੱਕ ਅਮਨ ਨਾਮ ਦੀ ਲੜਕੀ, ਇੱਕ ਨਾਮਾਲੂਮ ਲੜਕੀ ਜੀ। ਅੱਛਾ, ਦੇ ਘਰ ਦੇ ਕਹਿ ਰਹੇ ਵੀ ਜਿਹੜੀ ਲੜਕੀ ਮਰੀ ਆ ਉਹਦੇ ਚਿੱਟਾ ਜਾਂ ਨਹੀਂ, ਹਾਲੇ ਤਫਤੀਸ਼ ਜਾਰੀ ਹੈ ਜੀ, ਕੁਝ ਨਹੀਂ ਕਿਹਾ ਜਾ ਸਕਦਾ। ਤੁਹਾਡੇ ਬਿਆਨ 'ਚ ਉਹਨੇ ਲਿਖਾਇਆ ਨਹੀਂ ਗੱਲ? ਨਹੀਂ, ਤਫਤੀਸ਼ ਜਾਰੀ ਹੈ ਜੀ, ਹਾਲੇ ਬਾਅਦ 'ਚ ਦੱਸਾਂਗੇ ਫਿਰ। ਨਹੀਂ, ਬਿਆਨ 'ਚ ਲਿਖਾਇਆ ਨਾ ਤੁਹਾਡੀ ਗੱਲ? ਬਸ ਤਫਤੀਸ਼ ਦਾ ਹਿੱਸਾ ਸਾਡਾ ਦੱਸ ਦਾਂਗੇ। ਠੀਕ ਹੈ ਜੀ। ਇਹ ਕਿਹਦੇ ਬਿਆਨਾਂ ਦੇ ਪਰਚਾ ਜੋ ਹੈ ਜੀ? ਉਹਦੇ ਭਰਾ ਹਰਜਿੰਦਰ ਸਿੰਘ ਦੇ। ਤੇ ਗ੍ਰਿਫਤਾਰ ਕਰੋਗੇ? ਹਾਂਜੀ, ਪੋਸਟਮਾਰਟਮ ਕਰਾ ਕੇ ਡੈਡ ਬੋਡੀ ਦੇ।
ਸ਼੍ਰੀ ਚਮਕੌਰ ਸਾਹਿਬ ਵਿੱਚ ਅੱਜ ਨਗਰ ਪੰਚਾਇਤ ਦੀ ਜ਼ਮੀਨ ਵਿੱਚ ਕਰੀਬ 25-30 ਸਾਲਾਂ ਤੋਂ ਕਾਬਜ਼ 9-10 ਪਰਿਵਾਰਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਗਈ ਪੁਲਿਸ ਤੇ ਸਥਾਨਕ ਲੋਕਾਂ ਨੇ ਪਥਰਾਅ ਕਰ ਦਿੱਤਾ, ਜਿਸ ਕਾਰਨ ਸ਼੍ਰੀ ਚਮਕੌਰ ਸਾਹਿਬ ਦੇ ਡੀਐਸਪੀ ਸੁਖਜੀਤ ਸਿੰਘ ਵਿਰਕ ਅਤੇ 3 ਸਹਾਇਕ ਸਬ ਇੰਸਪੈਕਟਰ ਜ਼ਖਮੀ ਹੋ ਗਏ। ਦਰਅਸਲ ਇਹ ਪਰਿਵਾਰ ਨੇੜਲੇ ਪਿੰਡਾਂ ਵਿੱਚੋਂ ਆਏ ਹੋਏ ਹਨ, ਜਿਨ੍ਹਾਂ ਨੂੰ ਪਹਿਲਾਂ ਤਾਂ ਇੱਥੇ ਬੈਠਣ ਵੇਲੇ ਕਿਸੇ ਨੇ ਨਾ ਰੋਕਿਆ। ਹੌਲੀ-ਹੌਲੀ ਇਹਨਾਂ ਪੱਕੇ ਮਕਾਨ ਵੀ ਉਸਾਰ ਲਏ। ਮੌਜੂਦਾ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਇੱਥੇ ਵਿਧਾਇਕ ਬਣਦੇ ਆ ਰਹੇ ਹਨ, ਪਰ ਹੁਣ ਸ਼੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਨੂੰ ਲੈ ਕੇ ਇਹਨਾਂ ਕਬਜ਼ਾਧਾਰੀਆਂ ਨੂੰ ਚੁਕਾਉਣ ਲਈ ਕਾਲੇ ਹਨ। ਅੱਜ ਇਹਨਾਂ 9 ਪਰਿਵਾਰਾਂ ਦੀ ਮਦਦ ਨੇੜਲੀ ਬੰਗਾਲਾ ਬਸਤੀ ਦੇ ਬਸ਼ਿੰਦਿਆਂ ਨੇ ਖੁੱਲ੍ਹ ਕੇ ਕੀਤੀ, ਜੋ ਖੁਦ ਵੀ ਇੱਥੇ ਨਾਜਾਇਜ਼ ਤੌਰ ਤੇ ਸਿਆਸੀ ਸਰਪ੍ਰਸਤੀ ਹੇਠ ਪੱਕੇ ਤੌਰ ਤੇ ਵਸੇ ਹੋਏ ਹਨ, ਜਿਨ੍ਹਾਂ ਦਾ ਨਗਰ ਪੰਚਾਇਤ ਵਿੱਚ ਇੱਕ ਕੌਂਸਲਰ ਵੀ ਬਣਦਾ ਹੈ। ਨਗਰ ਪੰਚਾਇਤ ਨੇ 13 ਸਤੰਬਰ ਤੱਕ ਨਾਜਾਇਜ਼ ਕਬਜ਼ੇ ਚੁੱਕਣ ਲਈ 7 ਸਤੰਬਰ ਨੂੰ ਨੋਟਿਸ ਦਿੱਤਾ ਸੀ, ਜਿਸ ਵੱਲੋਂ ਅੱਜ ਉਹ ਕਬਜ਼ਾ ਛੁਡਾਉਣ ਗਏ ਸੀ। ਦੇਖੋ ਜੀ, ਪ੍ਰਸ਼ਾਸਨ ਦੀ ਲੈਂਡ ਹੈ। ਇਹਦੇ ਵਿੱਚ ਕੁਝ ਲੋਕ ਪਹਿਲਾਂ ਦੇ ਅਨਆਥੋਰਾਈਜ਼ਡ ਅਧਿਕਾਰਿਤ ਤੌਰ ਤੇ ਬੈਠੇ ਨੇ ਤੇ ਇਹਨਾਂ ਨੂੰ ਪ੍ਰਸ਼ਾਸਨ ਨੇ, ਕਿਉਂਕਿ ਸਾਡਾ ਥੀਮ ਪਾਰਕ ਦਾ ਕੰਮ ਚੱਲ ਰਿਹਾ, ਉਹਦੇ 'ਚ ਗਰਾਊਂਡ ਡਿਵੈਲਪ ਕੀਤਾ ਜਾ ਰਿਹਾ, ਲੜਕੀਆਂ ਵਾਸਤੇ ਗਰਾਊਂਡ ਬਣ ਰਿਹਾ, ਉਹਦੇ 'ਚ ਕਾਫੀ ਕੰਮ ਕੀਤਾ ਜਾਣਾ ਤੇ ਪੂਰੇ ਚਮਕੌਰ ਸਾਹਿਬ ਦੀ ਜਿਹੜੇ ਭਲੇ ਵਾਸਤੇ ਇਹ ਕੰਮ ਹੈ। ਤੇ ਇਹਨਾਂ ਨੂੰ ਪਹਿਲਾਂ ਵੀ ਮੌਕਾ ਦਿੱਤਾ ਗਿਆ ਸੀ ਇਹਨਾਂ ਨੂੰ ਇੱਥੋਂ ਦੀ ਉੱਠਣ ਦਾ, ਤਾਂ ਕਿ ਆਪਣਾ ਸਮਾਨ ਵਗੈਰਾ ਚੱਕ ਕੇ ਇੱਥੋਂ ਦੀ ਚਲੇ ਜਾ ਸਕਣ। ਪਰ ਅੱਜ ਫਿਰ ਕਾਰਵਾਈ ਕੀਤੀ ਗਈ ਸੀ ਤੇ ਇਹਨਾਂ ਦਾ ਕੁਝ ਰੈਜ਼ਿਸਟੈਂਸ ਸੀਗੀ ਵੀ ਨਹੀਂ, ਸਾਨੂੰ ਮੌਕਾ ਨਹੀਂ ਦਿੱਤਾ ਗਿਆ ਤੇ ਇਹਦੇ ਵਿੱਚ ਕਾਫੀ ਪਥਰਾਅ ਵਗੈਰਾ ਵੀ ਇਹਨਾਂ ਨੇ ਕੀਤਾ, ਜਿਹਦੇ ਨਾਲ ਕਿ ਪੁਲਿਸ ਮੁਲਾਜ਼ਮ ਵੀ ਕੁਝ ਜ਼ਖਮੀ ਹੋਏ ਨੇ, ਡੀਐਸਪੀ ਸਾਹਿਬ ਤੇ ਹੋਰ ਨਾਲ। ਤੇ ਮੈਂ ਵੀ ਫਿਰ ਜਦੋਂ ਚੀਜ਼ਾਂ ਥੋੜ੍ਹੀਆਂ ਐਸਕੇਲੇਟ ਕਰ ਗਈਆਂ, ਫਿਰ ਮੈਂ ਵੀ ਮੌਕੇ 'ਤੇ ਮੈਨੂੰ ਜਾਣਾ ਪਿਆ। ਉਦੋਂ ਐਸਪੀ ਸਾਹਿਬ ਵੀ ਆਏ ਸੀਗੇ ਤੇ ਐਸਪੀ ਸਾਹਿਬ ਦਾ ਵੀ ਇਹ ਕਹਿਣਾ ਸੀ ਵੀ ਜੇ ਆਪਾਂ ਜ਼ਿਆਦਾ ਫੋਰਸ ਯੂਜ਼ ਕਰਦੇ ਹਾਂ ਤੇ ਕੁਝ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਕੁਝ ਸਮਾਂ ਦਿੱਤਾ ਗਿਆ ਹੈ ਤੇ ਵੱਧ ਤੋਂ ਵੱਧ 1 ਹਫ਼ਤੇ ਦਾ ਟਾਈਮ ਦਿੱਤਾ ਜਾ ਰਿਹਾ ਤਾਂ ਕਿ ਇਹ ਆਪਣਾ ਇੱਥੋਂ ਦੀ ਸਮਾਨ ਵਗੈਰਾ ਚੱਕ ਲੈਣ, ਤਾਂ ਕਿ ਅਗਲੀ ਵਾਰ ਜਦੋਂ ਕਾਰਵਾਈ ਹੁੰਦੀ ਹੈ ਤਾਂ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਸਰ, ਕੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ? ਕਿੰਨੀ ਕੁ ਦੇਰ ਤੋਂ ਕਾਬਜ਼ ਕਰ ਰਹੇ ਹੋ? ਇਹਨਾਂ ਦਾ ਕਾਫੀ, ਜਿੱਦ ਤੱਕ ਮੈਨੂੰ ਪਤਾ ਹੈ, ਕੁਝ ਸਾਲ ਇਹਨਾਂ ਨੂੰ ਕਾਫੀ ਹੋ ਗਏ ਨੇ ਤੇ ਕੁਝ ਦੇਰ ਤੋਂ ਹੈਗੇ ਨੇ, ਐਗਜ਼ੈਕਟ ਤਾਂ ਨਹੀਂ ਕਹਿੰਦਾ, ਸ਼ਾਇਦ 2-3 ਸਾਲ ਤੋਂ ਵੱਧ ਹੋ ਗਏ ਨੇ ਤੇ ਉਹ ਉਨੀ ਦੇਰ ਦੇ ਬੈਠੇ ਹੋਏ ਨੇ। ਪਹਿਲਾਂ ਵੀ ਇਹਨਾਂ ਨੂੰ ਕੋਈ ਨੋਟਿਸ ਵਾਰਨਿੰਗ ਵਗੈਰਾ ਦਿੱਤੀ ਸੀ? ਵਾਰਨਿੰਗ ਇਹਨਾਂ ਨੂੰ ਪਹਿਲਾਂ ਵੀ ਦਿੱਤੀ ਜਾ ਚੁੱਕੀ ਹੈ, 3 ਹਫ਼ਤੇ ਪਹਿਲਾਂ ਵੀ ਹੋਈ ਹੈ। ਬਾਕੀ ਸੁੰਦਰੀਕਰਨ ਦਾ ਪ੍ਰੋਜੈਕਟ ਤਾਂ ਕਾਫੀ ਦੇਰ ਤੋਂ ਚੱਲ ਰਿਹਾ ਤੇ ਉੱਥੇ ਜਿਹੜੀ ਕੰਸਟਰਕਸ਼ਨ ਹੋਈ ਹੈ ਉਹ ਵੀ ਕਾਫੀ ਦੇਰ ਤੋਂ ਚੱਲ ਰਹੀ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈਗਾ ਵੀ ਅੱਜ ਨਹੀਂ ਤਾਂ ਕੱਲ੍ਹ ਇਸ ਜਗ੍ਹਾ 'ਤੇ ਵੀ ਕਾਰਵਾਈ ਹੋਏਗੀ। ਦੇਖੋ ਜੀ, ਪੁਰਾਣਾ ਅਧਿਕਾਰਤ ਕਬਜ਼ਿਆਂ ਦਾ ਮਾਮਲਾ ਸੀਗਾ, ਜਿਹਦੇ ਸੰਬੰਧ ਵਿੱਚ ਕੁਝ ਸਿਵਲ ਪ੍ਰਸ਼ਾਸਨ ਵੱਲੋਂ ਸੀਗਾ ਜੇ ਕਬਜ਼ੇ ਹਟਾਏ ਜਾਣੇ ਸੀਗੇ। ਅਸੀਂ ਆਪਣੀ ਫੋਰਸ ਲੈ ਕੇ ਮੌਕੇ 'ਤੇ ਜੋ ਵਾਜਬ ਕਾਰਵਾਈ ਸੀ ਕਰ ਰਹੇ ਸੀਗੇ ਤਾਂ ਉੱਥੇ ਪੱਥਰਬਾਜ਼ੀ ਹੋਈ ਹੈ ਤੇ ਕੁਦਰਤੀ ਗੱਲ ਆ, ਜਦੋਂ ਅਸੀਂ ਸਾਨੂੰ ਪ੍ਰੋਟੈਕਸ਼ਨ ਵਾਸਤੇ ਅਸੀਂ ਗਏ ਹਾਂ ਤੇ ਨੈਚੁਰਲੀ ਅਸੀਂ ਅੱਗੇ ਹੋ ਕੇ ਇਸ ਚੀਜ਼ ਨੂੰ ਰੋਕਣਾ ਸੀਗਾ। ਉਹ ਰੋਕਣ ਦੀ ਕੋਸ਼ਿਸ਼ ਕੀਤੀ ਆ ਤਾਂ ਪੱਥਰ ਸਾਡੇ ਲੱਗੇ ਨੇ, ਮੇਰੇ ਵੀ ਲੱਗੇ ਨੇ, ਸਾਡੇ ਮੁਲਾਜ਼ਮਾਂ ਦੇ ਵੀ ਲੱਗੇ ਨੇ ਤੇ ਠੀਕ ਆ, ਵਰਦੀ ਧਾਰੀ ਫੋਰਸ ਦੇ ਅਸੀਂ ਮੈਂਬਰ ਹਾਂ, ਇਸ ਕਰਕੇ ਜੇ ਲੱਗ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਜੋ ਕਾਰਵਾਈ ਸਾਡੀ ਲੀਗਲ ਤੌਰ ਤੇ ਬਣਦੀ ਹੈ ਉਹ ਕਾਰਵਾਈ ਅਸੀਂ ਕਰ ਰਹੇ ਹਾਂ ਔਰ ਕਰਾਂਗੇ। ਸਰ, ਕਿੰਨੇ ਤੁਹਾਡੇ ਸਮੇਤ ਕੁਝ ਹੋਰ ਮੁਲਾਜ਼ਮ ਕਿੰਨੇ ਕੁ ਜ਼ਖਮੀ ਹੋਏ ਜੀ? ਦੇਖੋ, ਮੌਕੇ ਤੇ ਮੇਰੇ ਕੋਲ 4-5 ਮੁਲਾਜ਼ਮ ਹੋਰ ਹੈਗੇ ਨੇ ਜਿਨ੍ਹਾਂ ਦੇ ਪੱਥਰ ਲੱਗੇ ਨੇ ਜੀ। ਉਹ ਕਿਹੜੇ ਨੇ ਇੱਕਦਮ ਮੈਂ ਹੁਣ ਨਾਂ ਤੇ ਨਹੀਂ ਦੱਸ ਸਕਦਾ ਕਿਹੜੇ ਨੇ, ਕਿਉਂਕਿ ਇਸ ਕਾਫੀ ਫੋਰਸ ਇਕੱਠੀ ਕੀਤੀ ਹੋਈ ਸੀ, ਉਹ ਲੱਗ ਜਗ੍ਹਾ ਪਤਾ ਹੁਣ ਟ੍ਰੀਟਮੈਂਟ ਕਰਵਾ ਰਹੇ ਨੇ ਆਪਣਾ। ਤੇ ਸਰ, ਕਿਹੜੀ ਬਸਤੀ ਦਾ ਮਾਮਲਾ ਤੇ ਹੁਣ ਅੱਗੇ ਫਿਰ ਪੁਲਿਸ ਕਾਰਵਾਈ ਹੋ ਰਹੀ ਕਿਸ? ਹਾਂ ਜੀ, ਬਿਲਕੁਲ ਪੁਲਿਸ ਕਾਰਵਾਈ ਹੋ ਰਹੀ ਜੀ। ਪੁਲਿਸ ਕਾਰਵਾਈ ਐਸਐਚਓ ਕਰ ਰਿਹਾ ਹੋਵੇਗਾ, ਕਿਉਂਕਿ ਕੇਸ ਐਸਐਚਓ ਦਾ ਰਜਿਸਟਰ ਕਰਨਾ ਹੁੰਦਾ, ਉਹ ਪਰਚਾ ਉਹ ਕਰ ਰਿਹਾ ਹੋਵੇਗਾ ਇਸ ਟਾਈਮ ਤੇ, ਕਿਉਂਕਿ ਮੈਂ ਤੇ ਜਸਟ ਜੇ ਹਸਪੀਟਲ ਤੋਂ ਡਰੈਸਿੰਗ ਕਰਵਾ ਕੇ ਵਾਪਸ ਆਇਆ। ਉਹ ਜਿਹੜੀ ਬਾਕੀ ਐਸਐਚਓ ਦੇ ਪਾਰਟ ਤੇ ਜਿਹੜੀ ਕਾਰਵਾਈ ਹੈਗੀ ਉਹ ਹੋਈ ਹੋਏਗੀ। ਦੇਖੋ ਜੀ, ਨੁਕਸਾਨ ਤਾਂ ਆਪ ਤੋੜਤੇ ਵਿਚਾਰੇ ਤੰਬੂਆ ਕੋਠੇ ਤੋੜਨ ਲੱਗੇ ਸੀ, ਅਸੀਂ ਉਹਨਾਂ ਰੋਕਿਆ ਵੀ ਭਾਈ ਜਿਆਦਾ ਨੋਟਿਸ ਦਿਓ ਸਾਨੂੰ, ਜਾਂ ਕੋਈ ਪੈਸੇ ਤਾਂ ਲੈਣੀ ਨਹੀਂ ਅਸੀਂ ਵੀ ਸਾਨੂੰ ਇਹ ਜਗ੍ਹਾ ਤੋੜ ਦਿਓ, ਸਾਨੂੰ ਜਗ੍ਹਾ ਦੇ ਦਿਓ ਲਿਖ ਕੇ। ਉਹਨੂੰ ਨਾ ਨੋਟਿਸ ਦਿੱਤਾ ਨਾ ਮਤਲਬ ਉਹਨਾਂ ਨੇ ਕਿਹਾ ਸਾਨੂੰ ਵਾਰਨਿੰਗ ਦਿੱਤੀ ਕੋਈ, ਤਾਂ ਉਹ ਆ ਕੇ ਬਿਨਾਂ ਨੋਟਿਸ ਤੋਂ ਬਿਨਾਂ ਹੀ ਕਿਸੇ ਚੀਜ਼ ਤੋਂ ਮਕਾਨ ਤੋੜਨ ਲੱਗ ਪਏ। ਜਿਹਾ ਫਿਰ ਉਹਨਾਂ ਨੇ ਪੁਲਿਸ ਚਾਰਜ ਨਾਲ ਅਸੀਂ ਵੀ ਡੰਡਾ ਪੱਥਰ ਰੋੜਾ ਚਲਾਇਆ, ਉਹਨਾਂ ਨੇ ਸਾਡੇ 'ਤੇ ਚਲਾਇਆ। ਅਫਰਾਰ ਦੀ ਨੀਤ ਨੂੰ ਹਫ਼ਤੇ ਦਾ ਟਾਈਮ ਦੇ ਕੇ ਗਏ ਨੇ ਉਹ ਵੀ ਹਫ਼ਤੇ ਮਗਰੋਂ ਤੁਹਾਨੂੰ ਜਗ੍ਹਾ ਲੈ ਕੇ ਦਿੰਦੇ ਹਾਂ, ਫਿਰ ਇਹ ਕਾਰੋਬਾਈ ਕਰਾਂਗੇ ਸ਼ੁਰੂ। ਕਹਿ ਕੇ ਗਏ ਪਹਿਲਾਂ ਨੋਟਿਸ ਵਗੈਰਾ ਕੋਈ ਦਿੱਤਾ ਨਹੀਂ? ਕੋਈ ਨੋਟਿਸ ਨਹੀਂ ਜੀ ਸਾਨੂੰ ਆਇਆ, ਨਹੀਂ ਕੋਈ ਨਹੀਂ ਦਿੱਤਾ ਜੀ ਸਾਨੂੰ। ਤੇ ਹੁਣ ਕਿੰਨੇ ਕੁ ਘਰ ਜਿਹੜੇ ਹੈਗੇ ਬਸ ਇੱਥੋਂ ਲਾ ਕੇ ਜਿਹੜੇ ਆਹ ਘਰ ਨੇ ਸਿਰੇ ਤੱਕ 15-20 ਘਰ ਨੇ, 5-7 ਢਹਿ ਚੁੱਕੇ ਜੀ ਮਕਾਨ ਤੇ ਬਾਕੀ ਰਹਿ ਗਿਆ। ਬਾਕੀ ਹੁਣ ਦੇਖਦਾ ਸੋਮਵਾਰ ਨੂੰ ਕੀ ਹੋਵੇਗਾ। ਗਰੀਬ ਬੰਦੇ ਹੈਗੇ, ਹੁਣ ਤੁਹਾਨੂੰ ਪਤਾ ਹੀ ਜੀ, ਅਸੀਂ ਤਾਂ 100 ਸਾਲ ਹੋ ਗਏ ਰਹਿੰਦੇ ਨੂੰ ਸਾਨੂੰ ਇੱਥੇ, 100 ਸਾਲ ਮਗਰੋਂ ਹੁਣ ਕਿੱਥੇ ਜਾਈਏ ਅਸੀਂ ਗਰੀਬ ਬੰਦੇ।
ਕੋਵਿਡ-19 ਮਹਾਮਾਰੀ ਦੌਰਾਨ ਜਾਰੀ ਹੁਕਮਾਂ ਦੀਆਂ ਉਲੰਘਣਾ ਦੇ ਦੋਸ਼ ਹੇਠ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ 5 ਵਿਅਕਤੀਆਂ ਤੇ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ 1 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 1 ਦੇ SHO ਮਨਦੀਪ ਨੇ ਦੱਸਿਆ ਕਿ ਭਾਜਪਾ ਵੱਲੋਂ ਪਠਾਨਕੋਟ ਦੇ ਮੁਹੱਲਾ ਕੜਥੌਲੀ ਵਿਖੇ ਕੀਤੀ ਗਈ ਰਾਜਨੀਤਿਕ ਮੀਟਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿੱਕੀ ਰਾਮਪਾਲ, ਸਾਬਕਾ MC ਸੁਦੇਸ਼ ਸ਼ਰਮਾ, ਸੰਜੇ ਸ਼ਰਮਾ, ਸੁਨੀਲ ਕੁਮਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਇਲਾਵਾ ਇਸ ਮਾਮਲੇ ਵਿੱਚ 35 ਤੋਂ 40 ਅਣਪਛਾਤੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਰੇ ਮਾਮਲੇ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਵਾਅਦਾ ਖਿਲਾਫੀ ਅਤੇ ਘੁਟਾਲਿਆਂ ਦੀ ਜਾਂਚ ਸੰਬੰਧੀ ਆਵਾਜ਼ ਚੁੱਕਣ ਤੋਂ ਬਾਅਦ ਕਰੋਨਾ ਦੀ ਆੜ ਹੇਠ ਹੋਏ ਇਹੋ ਜਿਹੇ ਮਾਮਲੇ ਦਰਜ ਕਰਕੇ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਬੇਸਿਕਲੀ ਕਾਂਗਰਸ ਦੀ ਸਰਕਾਰ ਬੇਸਿਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕਰੋਨਾ ਦੀ ਮਹਾਮਾਰੀ ਦੇ ਨਿਯਮਾਂ ਦੀ ਆੜ ਦੇ ਅੰਦਰ ਵਿਪਕਸ਼ ਦੀ ਆਵਾਜ਼ ਜਿਹੜੀ ਉਹ ਦਬਾਉਣਾ ਚਾਹੁੰਦੀ ਹੈ। ਮੈਂ ਅਮਰਿੰਦਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਕਿ ਕਰੋਨਾ ਦੀ ਮਹਾਮਾਰੀ ਦੇ ਨਿਯਮ ਕੇਵਲ ਵਿਪਕਸ਼ ਲਈ ਨੇ? ਉਹਨਾਂ ਦੇ MLA, ਉਹਨਾਂ ਦੇ ਮੰਤਰੀ, ਉਹਨਾਂ ਦੇ ਪਾਰਟੀ ਦੇ ਅਧਿਕਸ਼ ਔਰ ਕਾਂਗਰਸ ਦੇ ਨੇਤਾਵਾਂ ਲਈ ਕਰੋਨਾ ਦੇ ਨਿਯਮਾਂ ਦੀ ਕੋਈ ਮਹੱਤਵ ਨਹੀਂ ਹੈ ਕਿਆ? ਜਿਸ ਮੀਟਿੰਗ ਦਾ ਹਵਾਲਾ ਦੇ ਕੇ ਇਹਨਾਂ ਨੇ ਕੱਲ੍ਹ ਕਰੋਨਾ ਦੀ ਆੜ ਦੇ ਅੰਦਰ ਪਰਚਾ ਕੀਤਾ ਹੈ, ਆਪਣੇ ਕਾਰਜਕਰਤਾ ਨੂੰ ਸੋਸ਼ਲ ਡਿਸਟੈਂਸ ਰੱਖਦੇ ਹੋਏ ਫੇਸ ਕਵਰ ਲਗਾ ਕੇ ਉਹਨਾਂ ਦਾ ਹਾਲ ਚਾਲ ਪੁੱਛਣਾ ਮੈਨੂੰ ਲੱਗਦਾ ਕਿ ਕੋਈ ਜੁਰਮ ਨਹੀਂ ਹੈ। MLA ਉਦਘਾਟਨ ਕਰਨ, ਇਹਨਾਂ ਦੇ ਪਾਰਟੀ ਦੇ ਪ੍ਰਧਾਨ ਗੁਰਦਾਸਪੁਰ ਆਉਣ, 200 ਬੰਦੇ ਦੀ ਮੀਟਿੰਗ ਕਰਕੇ ਜਾਣ, ਇਹਨਾਂ ਦੇ ਮੰਤਰੀ ਜਿਹੜੇ ਹੈ ਉਹ ਨਿਯਮਾਂ ਦੀਆਂ ਧੱਜੀਆਂ ਉਡਾਉਣ, MLA ਸਾਹਿਬ ਉਸਾਰੀ ਦੇ ਕੰਮਾਂ ਦੀ ਆੜ ਦੇ ਅੰਦਰ 100 ਬੰਦਾ ਨਾਲ ਲੈ ਕੇ ਗਲੀਆਂ 'ਚ ਘੁੰਮਣ, ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਉਣ, ਲੇਕਿਨ ਪਰਚਾ ਵਿਪਕਸ਼ ਦੀ ਆਵਾਜ਼ ਨੂੰ ਦਬਾਉਣ ਲਈ BJP ਦੇ ਪ੍ਰਧਾਨ ਤੇ ਕਰ ਦਿਓ। ਮੈਨੂੰ ਲੱਗਦਾ ਹੈ ਕਿ ਬੇਸਿਕ ਮੁੱਦਿਆਂ ਤੋਂ ਕਾਂਗਰਸ ਦੀ ਸਰਕਾਰ ਬੁਖਲਾ ਚੁੱਕੀ ਹੈ, ਜਵਾਬ ਦੇਣਾ ਨਹੀਂ ਚਾਹੁੰਦੀ। ਇਹ FR ਨੰਬਰ 158 ਜਿਹੜੀ ਹੈਗੀ ਹੈ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 188 IPC 259 ਤੇ 277 51 ਡਿਜ਼ਾਸਟਰ ਮੈਨੇਜਮੈਂਟ ਦੇ 3 ਐਪੀਡੈਮਿਕ ਐਕਟ। ਇਸ ਮੁਕੱਦਮੇ ਵਿੱਚ 5 ਜਿਹੜੇ ਵਿਅਕਤੀ ਨੇ ਉਹ ਬਾਈ ਨੇਮ ਨਾਮਜ਼ਦ ਕੀਤੇ ਗਏ ਨੇ ਤੇ 30 ਤੋਂ 35 ਦੇ ਵਿੱਚ ਅਨਨੋਨ ਬੰਦੇ ਸੀਗੇ ਜਿਹੜੇ ਕਿ ਇਸ ਮੀਟਿੰਗ ਵਿੱਚ ਜਿਹੜੀ ਰਾਜਨੀਤਿਕ ਮੀਟਿੰਗ ਜਿਹੜੀ ਆਰਗੇਨਾਈਜ਼ ਕੀਤੀ ਗਈ ਸੀ ਇਹਦੇ ਵਿੱਚ ਸ਼ਾਮਲ ਸੀਗੇ। ਸਰ ਕਿਹਨਾਂ ਵੱਲੋਂ ਕੀਤੀ ਗਈ ਸੀ ਮੀਟਿੰਗ ਜਿਹੜੀ? ਇਹ ਮੀਟਿੰਗ ਜਿਹੜੀ ਸੀਗੀ BJP ਦੇ ਕਾਰਜਕਰਤਾ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ, ਜਿਹਦੇ ਵਿੱਚ ਪ੍ਰਧਾਨ ਵੀ ਸੀਗੇ ਪੰਜਾਬ ਪ੍ਰਧਾਨ ਸੁਦੇਸ਼ ਸ਼ਰਮਾ ਜੀ, ਉਹ ਵੀ ਮੌਜੂਦ ਸੀਗੇ। ਇਹਨਾਂ 5 ਦੇ ਜਿਹੜੇ ਵਿਅਕਤੀ ਨੇ ਇਹਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਸਰ ਕਿਹੜੇ 5 ਵਿਅਕਤੀ ਜਿਹਨਾਂ ਦੇ ਖਿਲਾਫ ਬਾਈ ਨੇਮ ਮੁਕੱਦਮਾ ਦਰਜ ਕੀਤਾ ਗਿਆ? ਸਭ ਤੋਂ ਪਹਿਲਾਂ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ, ਪੰਜਾਬ ਪ੍ਰਧਾਨ BJP। ਦੂਸਰੇ ਨੰਬਰ 'ਤੇ ਨੇ ਵਿੱਕੀ ਰਾਮਪਾਲ ਜੋ ਕਿ XMC ਨੇ ਕੜਥੌਲੀ ਮਹੱਲੇ ਦੇ। ਇੱਕ ਸੁਰੇਸ਼ ਸ਼ਰਮਾ ਜੀ ਨੇ, ਇਹ ਮਹਾਮੰਤਰੀ ਨੇ ਪਠਾਨਕੋਟ ਡਿਸਟ੍ਰਿਕਟ ਦੇ। ਸੰਜੇ ਸ਼ਰਮਾ ਜੀ ਨੇ ਤੇ 5ਵੇਂ ਨੰਬਰ 'ਤੇ ਹੈਗੇ ਨੇ ਜੀ ਸੁਨੀਲ ਕੁਮਾਰ ਜੀ, ਸਨ ਆਫ ਕ੍ਰਿਸ਼ਨ ਲਾਲ ਜੋ ਗਾਂਧੀ ਸ਼ਾਹ ਨੇ ਉਹਦੇ ਬੇਟੇ। ਇਹਨਾਂ 5 ਦੇ ਬਾਈ ਨੇਮ ਮੁਕੱਦਮਾ ਦਰਜ ਕੀਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਅੱਜ ਪਟਿਆਲਾ ਵਿੱਚ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਚੇਚੇ ਤੌਰ ਤੇ ਪੁੱਜੇ। ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਭਾਰਤ ਸਰਕਾਰ ਨੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਹੈ, ਜਦੋਂ ਕਿ ਮੌਜੂਦਾ ਸਮੇਂ ਵਖਰੇਵੇਂ ਖਤਮ ਕਰਕੇ ਇਕਜੁੱਟ ਹੋਣ ਦੀ ਲੋੜ ਹੈ। 1984 ਤੋਂ ਬਾਅਦ ਵਹਿਮਾਂ ਭਰਮਾਂ ਦੀ ਸਥਿਤੀ ਬਣਾਈ ਗਈ, ਜਿਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ। ਕਸ਼ਮੀਰ ਦੇ ਵਿੱਚ ਜਿਹੜਾ 7 ਲੱਖ ਸਿੱਖ ਰਹਿੰਦਾ ਹੈ, ਜੇ ਇਹਨਾਂ ਨੂੰ ਪੰਜਾਬੀ ਭਾਸ਼ਾ ਤੋਂ ਮਹਿਰੂਮ ਕਰ ਦਿਆਂਗੇ ਤੇ ਸਿੱਖ ਖਤਮ ਹੋ ਜਾਣਗੇ। ਖੌਰੇ ਜੇ ਹਰਿਆਣੇ 'ਚੋਂ ਖਤਮ ਨਹੀਂ ਹੋਏ, ਉੱਥੇ ਵੱਧ ਗਏ ਨੇ, ਤੇ ਜੰਮੂ ਕਸ਼ਮੀਰ 'ਚੋਂ ਵੀ ਖਤਮ ਨਹੀਂ ਹੋਣੇ। ਇਹ ਭੁਲੇਖਾ ਹੈ।
ਪਰ ਇਹ ਜਿਹੜੀ ਘਟਨਾਕ੍ਰਮ ਹੋਇਆ ਹੈ, ਪੰਜਾਬੀ ਭਾਸ਼ਾ ਨੂੰ ਜਿਹੜਾ ਵਿਰਵਾ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚੋਂ, ਇਹਦੇ ਨਾਲ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਜਿਹੜਾ ਹੈ ਉਹ ਭਾਰਤੀ ਤੰਤਰ ਨੇ ਜ਼ਰੂਰ ਕਰਵਾ ਦਿੱਤਾ ਹੈ। ਅਸੀਂ ਬੇਗਾਨਗੀ ਦਾ ਅਹਿਸਾਸ ਜਿਹੜਾ ਹੈ ਉਹ ਜ਼ਰੂਰ ਆਪਣੇ ਮਨ 'ਚ ਲੈ ਕੇ ਆਉਂਦਾ ਹੈ, ਪਰ ਸਿੱਖਾਂ ਨੂੰ ਫਰਕ ਨਹੀਂ ਪੈਂਦਾ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਇਕਜੁੱਟ ਹੋਈਏ। ਜਿਹੜੇ ਛੋਟੇ ਛੋਟੇ ਸਾਡੇ ਦਰਮਿਆਨ ਮਤਭੇਦ ਹੈ, ਮਤਭੇਦ ਹਰ ਕੌਮਾਂ, ਹਰ ਪਰਿਵਾਰਾਂ, ਹਰ ਕਬੀਲਿਆਂ ਦੇ ਵਿੱਚ ਹੁੰਦੇ ਨੇ। ਅਸੀਂ ਇਕੱਠੇ ਬੈਠਣ ਦੀ ਜਾਚ ਸਿੱਖ ਲਈਏ। ਜਿਹੜੀ ਦੁਬਿਧਾ ਸਾਡੇ ਅੰਦਰ ਪਾਈ ਗਈ ਹੈ ਨਾ, ਖਾਸ ਤੌਰ ਤੇ 1984 ਤੋਂ ਬਾਅਦ ਜਿਹੜੀ ਸਾਡੇ ਅੰਦਰ ਦੁਬਿਧਾ ਦੀ ਚਿੰਗਾੜੀ ਸੁੱਟ ਦਿੱਤੀ ਗਈ ਹੈ, ਇਹਨੂੰ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਰਲ ਮਿਲ ਕੇ ਪਿਆਰ ਦੇ ਨਾਲ ਇਕੱਠੇ ਬੈਠਣਾ ਸ਼ੁਰੂ ਕਰ ਦਈਏ। ਬਾਣੀ ਨੇ ਸਾਨੂੰ ਕਿਹਾ, ਹੋਏ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰਹੁ ਲਿਵਲਾਈ। ਅਸੀਂ ਇਕੱਠੇ ਹੋਣ ਤੋਂ, ਬੈਠਣ ਤੋਂ ਗੁਰੇਜ਼ ਨਾ ਕਰੀਏ, ਗੱਲਬਾਤ ਕਰਨ ਤੋਂ ਜਿਹੜਾ ਹੈ ਉਹ ਗੁਰੇਜ਼ ਨਾ ਕਰੀਏ। ਜਦੋਂ ਅਸੀਂ ਗੱਲਬਾਤ ਕਰਨੀ ਸ਼ੁਰੂ ਕਰਤੀ, ਇਕੱਠੇ ਬੈਠਣਾ ਸ਼ੁਰੂ ਕਰ ਦਿੱਤਾ, ਯਕੀਨ ਜਾਣਿਓ ਗੁਰੂ ਦੀ ਕਿਰਪਾ ਹੋਊਗੀ, ਆ ਸਾਡੇ ਦਰਮਿਆਨ ਜਿਹੜੇ ਛੋਟੇ ਛੋਟੇ ਵਖਰੇਵੇਂ ਹਨ ਇਹ ਆਪਣੇ ਆਪ ਹੀ ਖਤਮ ਹੋ ਜਾਣਗੇ। ਬਟਾਲਾ ਦੇ ਪਸਵਾਲ ਪਿੰਡ ਵਿੱਚ ਬੀਤੇ ਮਹੀਨੇ ਹਰਦੀਪ ਸਿੰਘ ਦਾ ਬਲਾਕ ਸੰਮਤੀ ਦੇ ਚੇਅਰਮੈਨ ਕੁਲਦੀਪ ਸਿੰਘ ਪਸਵਾਲ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚੇਅਰਮੈਨ ਦੇ ਭਰਾ ਤੇ ਉਸਦੇ ਸਾਥੀਆਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੀੜਤ ਦੀ ਮਾਤਾ ਤੇ ਬੱਚਿਆਂ ਨੂੰ ਇਨਸਾਫ ਦਿਵਾਉਣ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਹੋਰ ਆਗੂਆਂ ਨਾਲ ਥਾਣਾ ਕਿਰਨ ਪਹੁੰਚੇ। ਇਸ ਮੌਕੇ ਥਾਣੇ ਦੇ ਗੇਟ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ। ਇਸ ਦੇ ਬਾਵਜੂਦ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਬੀਬੀ ਸ਼ਰਨਜੀਤ ਕੌਰ ਜਿੰਦੜ, ਪ੍ਰਧਾਨ ਇਸਤਰੀ ਵਿੰਗ ਅਕਾਲੀ ਦਲ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਪੁਤਲਾ ਫੂਕਿਆ ਗਿਆ। ਅੱਜ ਅਸੀਂ ਹਰਦੀਪ ਸਿੰਘ ਦਾ ਪਰਿਵਾਰ ਆ, ਇਹਦੇ ਬੱਚੇ ਵੀ ਨਾਲ, ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਅਕਾਲੀ ਦਲ ਦੇ ਵਰਕਰ ਸਾਰੇ ਇੱਥੇ ਇਕੱਠੇ ਹੋਏ ਆ ਔਰ ਥਾਣੇ ਦਾ ਘਿਰਾਓ ਕੀਤਾ। ਔਰ ਥਾਣੇ ਦਾ ਘਿਰਾਓ ਕਰਨ ਤੇ ਇਹਨਾਂ ਨੇ ਸਾਨੂੰ ਇਹ ਇਨਸ਼ੋਰ ਕਰਾਇਆ ਕਿ 4 ਬੰਦਿਆਂ ਦੇ ਬਾਈ ਨੇਮ ਪਰਚਾ ਦਰਜ ਹੋਊਗਾ। ਉਹਦੀ ਸਾਨੂੰ FIR 5-7 ਮਹੀਨੇ ਦੇਣ ਲੱਗੇ ਆ। ਔਰ ਅਸੀਂ ਕਿੰਨਾ ਚਿਰ ਹੋ ਗਿਆ ਜਿਹੜਾ ਅਸੀਂ ਥਾਣਿਆਂ ਵਿੱਚ SSP ਕੋਲੋਂ ਜਾ ਕੇ ਇਨਸਾਫ ਮੰਗਦੇ ਰਹੇ, ਪਰ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕੀ। ਕਿਉਂ ਨਹੀਂ ਸਰਕੀ? ਕਿਉਂਕਿ ਇਹ ਜਿਹੜਾ ਕੰਮ ਕਰਵਾਇਆ ਉਹ MLA ਦੀ ਸਹਿਤ ਤੇ ਇਹਦੇ ਵਰਕਰਾਂ ਨੇ। ਸਰਦਾਰ ਕੁਲਦੀਪ ਸਿੰਘ ਜਿਹੜਾ ਚੇਅਰਮੈਨ ਹੈ ਪਸਵਾਲ ਪਿੰਡ ਦਾ, ਉਹ ਪਰਿਵਾਰ ਕਹਿ ਰਿਹਾ ਕਿ ਪਸਵਾਲ ਪਿੰਡ ਦਾ ਜਿਹੜਾ ਚੇਅਰਮੈਨ ਆ ਉਹਨਾਂ ਹੀ ਤੇ ਉਹਦੇ ਭਤੀਜੇ ਨੇ ਤੇ ਉਹ ਜਿਹੜਾ ਉਹਦੇ ਸਾਥੀਆਂ ਨੇ ਜਿਹੜੇ ਇਹਦੇ ਬੇਟੇ ਦੀ ਲਾਤਾਂ ਤੋੜਤੀਆਂ, ਬਾਹਾਂ ਤੋੜਤੀਆਂ, ਨਹੁੰ ਖਿੱਚਤੇ। ਔਰ ਇਹਨਾਂ ਨੂੰ 15-20 ਦਿਨ ਹੋ ਗਏ, ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਅੱਜ ਅਸੀਂ ਅਕਾਲੀ ਦਲ ਦੇ ਵਫਦ ਦੇ ਅੱਜ ਸਾਰੇ ਧਰਨੇ ਦੇ ਰੂਪ ਵਿੱਚ ਇੱਥੇ ਪਹੁੰਚੇ ਹਾਂ ਔਰ ਜ਼ਿਲ੍ਹੇ ਥਾਣੇ ਪਹੁੰਚੇ ਤੇ ਸਾਨੂੰ ਕਹਿੰਦੇ ਪਰਚਾ ਦਰਜ ਹੋ ਗਿਆ। ਅੱਜ ਅਸੀਂ ਕਾਪੀ ਇਹਨਾਂ ਕੋਲ ਲੈ ਲਈ ਆ ਔਰ ਜਿਹੜਾ ਚੇਅਰਮੈਨ ਹੈ ਇਹ 'ਤੇ ਵੀ ਆਪਾਂ ਸਾਰੇ ਅੱਜ ਹਾਈ ਕੋਰਟ ਵੀ ਚੱਲੇ ਹਾਂ ਔਰ ਇਹ 'ਤੇ ਵੀ ਅਸੀਂ ਪਰਚਾ ਜਿਹੜਾ ਉਹ ਦਰਜ ਕਰਾ ਕੇ ਮਿਤੀ 1/9/20 ਦਰਜ ਹੋਇਆ ਹੈਗਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ, ਮਤਲਬ ਹਰਦੀਪ ਸਿੰਘ ਦੀ ਕੁੱਟਮਾਰ ਕਰਨਾ, MLR ਵਗੈਰਾ ਜਾਰੀ ਹੋਣ ਸੰਬੰਧੀ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਅਣਪਛਾਤੇ ਵਿਅਕਤੀਆਂ ਖਿਲਾਫ, ਜਿਹਦੇ ਵਿੱਚ ਦੋਸ਼ੀਆਂ ਦੀ ਸ਼ਨਾਖਤ ਹੋਣੀ ਜਿਹੜੀ ਹੈਗੀ ਉਹ ਜ਼ਰੂਰੀ ਹੈਗੀ। ਹਾਂਜੀ, ਕਿਉਂਕਿ ਤਾਂ ਕਿ ਅਗਲੀ ਜਿਹੜੀ ਕਾਰਵਾਈ ਆ ਮਤਲਬ ਮੁਕੰਮਲ ਹੋ ਸਕੇ। ਜਿਹਦੇ ਵਿੱਚ ਹੁਣ ਸਾਡੀ ਤਫਤੀਸ਼ ਦੇ ਵਿੱਚ ਕੁਲਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਸੁਖਚੈਨ ਸਿੰਘ ਪੁੱਤਰ ਤਾਰਾ ਸਿੰਘ ਤੇ ਮੱਖਣ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਹੜੇ ਦੋਸ਼ੀ ਨਾਮਜ਼ਦ ਹੋਏ ਆ, ਇਹਨਾਂ ਦੇ ਖਿਲਾਫ ਜਿਹੜੀ ਆ ਸਫਾ ਮਿਸਲ ਤੇ ਸੱਤ ਲਿਆ ਕੇ ਅਗਲੀ ਜਿਹੜੀ ਤਫਤੀਸ਼ ਆ ਜਿਹੜੀ ਮੁਕੰਮਲ ਕਰਕੇ ਚਲਾਨ ਜਿਹੜਾ ਅਦਾਲਤ ਵਿੱਚ ਦਿੱਤਾ ਜਾਵੇਗਾ। ਸਤਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਹੈ। ਉਹ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਸਿੱਖ ਜਥੇਬੰਦੀਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਕੱਠ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਮਗਰੋਂ ਇਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਇਸ ਦੇ ਬਾਹਰ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਕੁਝ ਕਾਰਕੁਨਾਂ ਨੇ ਦੀਵਾਨ ਹਾਲ ਮੰਜੀ ਸਾਹਿਬ ਦੇ ਬਾਹਰ ਧਰਨਾ ਦੇ ਦਿੱਤਾ। ਕੁਝ ਸਿੱਖ ਕਾਰਕੁਨਾਂ ਨੂੰ ਗੁਰਦੁਆਰਾ ਬਾਬਾ ਅਟਲ ਰਾਏ ਨੇੜੇ ਗੇਟ ਦੇ ਬਾਹਰ ਰੋਕ ਲਿਆ ਗਿਆ ਤੇ ਉਹਨਾਂ ਨੇ ਸੜਕ ਵਿੱਚ ਹੀ ਧਰਨਾ ਦੇ ਦਿੱਤਾ। ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਸੰਗਤਾਂ ਸੰਕੇਤਿਕ ਰੂਪ ਦੇ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਬੈਠ ਕੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਜਿਹਦਾ ਕਿ ਹਿਸਾਬ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤੁਸ਼ਟੀ ਵਾਲਾ ਨਹੀਂ ਦਿੱਤਾ। ਜਿਹੜੀ ਜਾਂਚ ਡਾਕਟਰ ਈਸ਼ਰ ਸਿੰਘ ਦੀ ਟੀਮ ਨੇ ਕੀਤੀ
ਉਹ ਜਾਂਚ ਵੀ ਅਧੂਰੀ ਹੈ। और डॉक्टर ईश्वर सिंह ने ये गल एक्सेप्ट की है, प्रवान की है कि ये जो जांच की गई है ये अधूरी रह गई है समय की घाट करके। और उन्होंने ये भी गल प्रवान की कि वो अपनी 1 महीने की जांच के दौरान किसी भी सियासी धिर ते किसी भी सियासतदान नूं उन्होंने भी जांच का हिस्सा नहीं बनाया गया। लिहाजा जब श्री गुरु ग्रंथ साहिब जी महाराज के 328 स्वरूपों का संतुष्टिजनक सानू जवाब नहीं मिलिया तो देश विदेश दी संगतां दे विच इस गल का बहुत वड्डा रोष सीगा ते कुछ जथेबंदियां ने इकट्ठे होकर के ये फैसला लिया कि 14 सितंबर वाले दिन इतिहासिक दीवान मंजी हॉल दे विच जा कर के असी पंथक इकट्ठ करांगे, संगतां नूं बुला करके अगले प्रोग्राम दी मोर्चे दी रूपरेखा तैयार की जाएगी। ਜਲੰਧਰ ਦੇ ਵਰਕਸ਼ਾਪ ਚੌਂਕ ਨੇੜੇ ਪੈਟਰੋਲ ਪੰਪ ਦੇ ਬਾਹਰ ਇੱਕ ਬੇਕਾਬੂ ਟਰੱਕ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਸਤੀ ਦਾਨਸ਼ਮੰਦਾ ਦੇ ਰਹਿਣ ਵਾਲੇ ਸਚਿਨ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਟਰੱਕ ਚਾਲਕ ਨੇ ਪੈਟਰੋਲ ਪੰਪ ਤੇ ਜਾਣ ਲਈ ਟਰੱਕ ਨੂੰ ਅਚਾਨਕ ਮੋੜ ਦਿੱਤਾ, ਜਿਸ ਨਾਲ ਮੋਟਰਸਾਈਕਲ ਸਵਾਰ ਕੁਚਲਿਆ ਗਿਆ। ਹਾਲਾਂਕਿ ਮੋਟਰਸਾਈਕਲ ਸਵਾਰ ਨੌਜਵਾਨ ਨੇ ਹੈਲਮਟ ਵੀ ਪਾਇਆ ਹੋਇਆ ਸੀ, ਪਰ ਇਸ ਦੇ ਬਾਵਜੂਦ उसकी मौके ते ही मौत हो गई। मामला इस तरह कि सानू इंटीमेशन आई एक भी HMB कॉलेज तो थोड़ा अगे जाके पेट्रोल पंप हैगा, उत्थे एक्सीडेंट होया। मौके ते पहुंचे जिथे असीं जाके देखा कि ट्रक दे नाल एक मोटरसाइकिल के सवार दे सट्टां लगियां एक्सीडेंट। ਉਹਨੂੰ ਲੈ ਕੇ ਜਾ ਰਹੇ ਸੀਗੇ ਸਿਵਲ ਹਸਪੀਟਲ, ਜਿਹੜੀ ਰਸਤੇ 'ਚ ਉਹਦੀ ਮੌਤ ਹੋ ਗਈ ਹੈ। ਜਿੱਥੇ ਅਸੀਂ ਆਏ ਹੈਗੇ, ਮ੍ਰਿਤਕ ਦਾ ਨਾਮ ਹੈਗਾ ਸਚਿਨ ਕੁਮਾਰ son of ਜੀਤ ਰਾਜ, ਬਸਤੀ ਦਾਨਸ਼ਮੰਦਾ ਦਾ ਵਾਸੀ ਹੈ ਜੀ। ਉਮਰ 39 ਸਾਲ ਹੈ ਜੀ। ਬਾਕੀ ਜਿਹੜੇ ਆ ਮੁਕੱਦਮਾ ਦਰਜ ਕੀਤਾ ਜਾ ਰਿਹਾ, ਅਗਲੀ ਤਫਤੀਸ਼ ਕਰਦੇ। ਟਰੱਕ ਚਾਲਕ ਫੜਿਆ ਗਿਆ ਜੀ? ਟਰੱਕ ਚਾਲਕ ਫੜਿਆ ਗਿਆ ਜੀ। उत्तर भारत के नाल पंजाब विच भी लगातार सितंबर महीने के पहले 2 हफ्ते गर्मी नाल भरे रहे ने। इन्हां दिनां दे विच किसी तरह की बारिश वेखण नूं नहीं मिली। पंजाब खेतीबाड़ी यूनीवर्सिटी मौसम विभाग का कहना है कि आउंदे 2 दिनों तो बाद मौसम विच तब्दीली हो सकती है, हल्की बारिश की संभावना है। उन्होंने कहा कि दिन और रात के बारे दोवां विच 2-2 डिग्री का इजाफा दर्ज किया गया, जिस कारण गर्मी ज़्यादा महसूस हो रही है। जिस तरह आप देख रहे हैं जी, टैंपरेचर्स जिहड़े ने साडे कोल 35 डिग्री तक जिहड़ा दिन का तापमान रिकॉर्ड हो रहा है, और इस तरह ही जिहड़ा रात का तापमान आ वो 24 डिग्री तक जिहड़ा रिकॉर्ड हो रहा है। सो दोनों ही जिहड़े दिन ते रात के तापमान है उस सधारण नालों 2 डिग्री ज़्यादा चल रहे हैं। सो इस करके रातां भी सानूं थोड़ियां गर्म लग रही ने, ते दिने भी क्योंकि कोई बदलवाई नहीं है, बिल्कुल साफ होने के करके मौसम टैंपरेचर भी हाई है, तो सो दिन वेले भी गर्मी काफ़ी महसूस होती है। सो जे आपां मॉनसून की गल करिए तो मॉनसून के विच थोड़ी जी हुण ब्रेक चल रही है, जिहदे करके कि हले पूरी तरह जिहड़ा मॉनसून एक्टिव नहीं होया पंजाब दे विच। वैसे बंगाल की खाड़ी दे विच थोड़ा जिहा लो प्रैशर एरिया जिन्हों कि आपां घट दबाव वाला खेतर वो बनया होया, जिहदे करके कि मध्य भारत दे विच तां हले बारिश हो रही है, पर उत्तर भारत दे विच हले बारिश की ज़्यादा संभावना नहीं है। सो इसे करके जिहड़ी ह्यूमिडिटी भी जिहड़ी है वो ऑन द हायर साइड है, जिहदे करके सानूं हुमस लग रही है तो अनकंफर्टेबल लग रहा है। सो जिस तरह ਉਹਦੀ ਜਿਹੜੀ मूवमेंट हैगी है मॉनसून की थोड़ी प्रोग्रेस होएगी उपर वाल नूं, उत्तर भारत वाल नूं, ਤਾਂ फिर ਅਸੀਂ कह सकते हैं कि थोड़ा गर्मी तो राहत मिलेगी, पर हले 1-2 दिन ਇਹਦੀ संभावना घट है। 48 घंटिਆਂ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਥੋੜੇ ਬਹੁਤੇ ਛਿੱਟੇ ਪੈ ਸਕਦੇ ਆ, ਔਰ ਜਿਹਦੇ ਨਾਲ ਟੈਂਪਰੇਚਰ ਫਾਲ ਕਰੇਗਾ। ਸੋ 48 ਘੰਟਿਆਂ ਤੋਂ ਬਾਅਦ ਸਾਨੂੰ ਥੋੜਾ ਜਿਹਾ ਮੌਸਮ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।